ਸਾਨੂੰ ਮਾਣ ਹੈ ਆਪਣੇ ਇਲਾਕੇ ਤੇ ਕਿਉਂਕਿ ਇਹ ਜਿਹੜਾ ਮੋਦੀਖਾਨਾ ਇੱਥੇ ਸਾਡੇ ਪਿਛਲੇ ਜਾਣੀ ਕਿ ਸਾਡੀ ਤਾਂ ਉਮਰ 30 ਕੁ ਸਾਲ ਆ, ਬਾਕੀ 40-45 ਸਾਲ ਤੋਂ ਇਹ ਖੁੱਲ੍ਹਾ ਪਿਆ। ਕਿਸੇ ਕੋਲੋਂ ਅੱਜ ਤੱਕ ਨਾ ਕੋਈ ਪਰਚੀ ਫੀਸ ਨਾ ਕੋਈ ਕੰਸਲਟੇਸ਼ਨ ਫੀਸ, ਸਿਰਫ ਦਵਾਈ ਵੀ ਐਸੀ ਬਿਲਕੁਲ ਸਟੈਂਡਰਡ ਦਵਾਈ ਔਰ ਬਿਲਕੁਲ ਵਾਜਬ ਰੇਟ ਦੇ ਉੱਤੇ, ਕਿਸੇ ਪ੍ਰਿੰਟ ਰੇਟ ਨਹੀਂ, ਪ੍ਰਿੰਟ ਰੇਟ ਤੋਂ ਵੀ ਤਕਰੀਬਨ ਅੱਧੇ ਤੋਂ ਤੀਸਰੇ ਹਿੱਸੇ ਤੇ ਵੀ ਪ੍ਰਿੰਟ ਰੇਟ ਤੇ ਵੇਚਦਾ ਰਿਹਾ। ਇਹ ਮੇਰਾ ਸਾਰਾ ਇਲਾਕੇ ਨੂੰ ਪਤਾ ਹੈ। 10 ਕਿਲੋਮੀਟਰ ਦੇ ਇਲਾਕੇ ਦੇ ਕਿਸੇ ਵੀ ਸ਼ਖਸ ਨੂੰ ਪੁੱਛਿਆ ਜਾਵੇ ਤੇ ਉਹ ਮੇਰੀ ਸੱਚਾਈ ਤੁਹਾਨੂੰ ਦੱਸ ਸਕਦਾ। ਸਟੈਂਡਰਡ ਕੰਪਨੀਆਂ ਜਿਹੜੀਆਂ ਨੇ ਉਹ ਐਥੀਕਲ ਦਵਾਈਆਂ ਵਾਸਤੇ ਉਹਨਾਂ ਨੂੰ ਪ੍ਰਮੋਸ਼ਨ ਕਰਨੀ ਪੈਂਦੀ ਆ, MR ਰੱਖਣੇ ਪੈਂਦੇ ਨੇ, ਸੈਂਪਲ ਲੋਕਾਂ ਨੂੰ ਵੰਡਣੇ ਪੈਂਦੇ ਨੇ, ਇਸ ਕਰਕੇ ਉਹਨਾਂ ਦੇ ਰੇਟ ਕੁਝ ਜ਼ਿਆਦਾ ਨੇ। ਜੈਨਰਿਕ ਦਵਾਈਆਂ ਦੇ ਵਿੱਚ ਸਿਰਫ 60 ਦੀ ਕਾਸਟ ਹੁੰਦੀ ਹੈ ਜਾਂ ਮੈਨੂਫੈਕਚਰਿੰਗ ਕਾਸਟ ਹੁੰਦੀ ਹੈ, ਲੇਕਿਨ ਪ੍ਰਿੰਟ ਉਹਨਾਂ ਨੇ ਉਹੀ ਰੱਖੇ ਹੁੰਦੇ ਆ, ਲੇਕਿਨ ਸਾਨੂੰ ਉਹ ਸਸਤੀਆਂ ਪੈਂਦੀਆਂ ਨੇ। ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਹਾਂ ਗੁਰਿੰਦਰ ਸਿੰਘ ਬਾਠ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਇੱਕ ਜਿਹੜਾ ਮੁੱਦਾ ਬੜਾ ਹੀ ਗਰਮਾਇਆ ਹੋਇਆ ਹੈ ਮੈਡੀਕਲ ਸਟੋਰਾਂ ਨੂੰ ਲੈ ਕੇ, ਕਿ ਲੁਧਿਆਣਾ ਵਿਖੇ ਇੱਕ ਬਲਜਿੰਦਰ ਸਿੰਘ ਨਾਮੀ ਵਿਅਕਤੀ ਵੱਲੋਂ ਮੈਡੀਕਲ ਸਟੋਰ ਦਾ ਨਾਮ ਜਿਹੜਾ ਮੋਦੀਖਾਨਾ ਦੇ ਨਾਮ 'ਤੇ ਰੱਖ ਕੇ ਇੱਕ ਦਾਅਵਾ ਕੀਤਾ ਜਾ ਰਿਹਾ ਕਿ ਪ੍ਰਿੰਟ ਰੇਟ ਤੋਂ ਜਿਹੜੀਆਂ ਦਵਾਈਆਂ ਮਿਲ ਰਹੀਆਂ ਉਹਨਾਂ ਦਾ ਕਿਤੇ 4 ਗੁਣਾ ਘੱਟ, ਜਿਹੜਾ 3 ਗੁਣਾ ਘੱਟ ਰੇਟ ਪੈਂਦਾ ਹੈ। ਜੇ ਕੋਈ 100 ਰੁਪਏ ਦਾ ਟੇਬਲੇਟ ਦਾ ਸਟ੍ਰਿਪ ਆਉਂਦਾ ਹੈ ਤਾਂ ਉਹ ਜਿਹੜਾ ਪਿੱਛੋਂ ਕੰਪਨੀ ਵੱਲੋਂ ਕੋਈ 15-20 ਰੁਪਏ ਦਾ ਪੈ ਜਾਂਦਾ। ਹੋਰ ਵੀ ਕਾਫੀ ਦਵਾਈਆਂ ਬਾਰੇ ਉਹਨਾਂ ਨੇ ਜਿਹੜੀ ਆ ਕਾਫੀ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਸੰਬੰਧੀ ਵੱਖ-ਵੱਖ ਥਾਵਾਂ 'ਤੇ ਵੀ ਵੇਖਣ ਲਿਆ ਕਿ ਇੱਕ ਲਹਿਰ ਬਣ ਗਈ, ਲੋਕਾਂ ਨੇ ਜਿਹੜਾ ਮੋਦੀਖਾਨਾ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ। ਕੋਈ ਜਾਗਦੀ ਜ਼ਮੀਰ ਵਾਲੇ ਮੈਡੀਕਲ ਸਟੋਰਾਂ ਵਾਲਿਆਂ ਨੇ ਵੀ ਮੋਦੀਖਾਨਾ ਲਿਖ ਕੇ ਸਟੋਰ ਦੇ ਬਾਹਰ ਜਿਹੜਾ ਲੋਕਾਂ ਨੂੰ ਘੱਟ ਰੇਟ 'ਤੇ ਦਵਾਈਆਂ ਦੇਣ ਦਾ ਦਾਅਵਾ ਕੀਤਾ। ਪਰ ਇੱਥੇ ਇੱਕ ਨਵੇਕਲੀ ਗੱਲ ਵੇਖਣ ਚਾਹੀਏ ਹੈ ਕਿ ਮਜੀਠਾ ਸ਼ਹਿਰ ਜੋ ਅੰਮ੍ਰਿਤਸਰ ਤੋਂ ਥੋੜ੍ਹੀ ਦੂਰੀ 'ਤੇ ਪੈਂਦਾ ਹੈ, ਉੱਥੇ ਇੱਕ ਡਾਕਟਰ ਸਾਹਿਬ ਜੋ ਪਿਛਲੇ 45 ਸਾਲ ਤੋਂ ਬਿਨਾਂ ਕਿਸੇ ਲਾਲਚ ਜਿਹੜਾ ਕੰਟਰੋਲ ਰੇਟ 'ਤੇ ਲੋਕਾਂ ਦਾ ਇਲਾਜ ਕਰ ਰਹੇ ਨੇ ਔਰ ਮੁਫਤ ਦੇ ਭਾਅ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਉਸ ਸੰਬੰਧੀ ਦੇਖ ਰਹੇ ਹੋ ਕਿ ਇੱਧਰਲੀ ਸਾਈਡ 'ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਉਣ ਕਿ ਸੁਦੇਸ਼ ਹਸਪਤਾਲ ਦੇ ਨਾਂ ਦਾ ਇੱਕ ਹਸਪਤਾਲ ਹੈ ਛੋਟਾ ਜਿਹਾ, ਜਿੱਥੇ ਲੋਕਾਂ ਦਾ ਕਿਹਾ ਜਾ ਰਿਹਾ ਕਿ ਬਹੁਤ ਹੀ ਘੱਟ ਰੇਟ 'ਤੇ ਜਿਹੜਾ ਇਲਾਜ ਕੀਤਾ ਜਾ ਰਿਹਾ। ਅਸੀਂ ਡਾਕਟਰ ਸਾਹਿਬ ਨੂੰ ਵੀ ਮਿਲਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਰੌਲਾ ਪਾਇਆ ਜਾ ਰਿਹਾ ਕਿ ਐਥੀਕਲ ਤੇ ਜੈਨਰਿਕ ਮੈਡੀਸਨ ਦੇ ਨਾਂ ਦੇ ਉੱਤੇ ਵੱਡੇ ਪੱਧਰ 'ਤੇ ਜਿਹੜੀ ਆ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ, ਉਸ ਸੰਬੰਧੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸਲ ਸੱਚਾਈ ਕੀ ਹੈ। ਸੋ ਆਓ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਅੰਦਰ, ਡਾਕਟਰ ਸਾਹਿਬ ਨੂੰ ਮਿਲਾਂਗੇ, ਗੱਲਬਾਤ ਕਰਾਂਗੇ। ਹਾਂਜੀ, ਮੇਰਾ ਨਾਮ ਗੁਰਜੀਤ ਸਿੰਘ, ਪਿੰਡ ਕਲੇਰ ਮੰਗਟ। ਇਹ ਮਜੀਠੇ ਵਿੱਚ ਹਸਪੀਟਲ ਆ ਅਤੇ ਪਿੰਡ ਮੇਰਾ ਇੱਥੋਂ 5 ਕਿਲੋਮੀਟਰ ਦੂਰ ਆ। ਬਾਕੀ ਡਾਕਟਰ ਸਾਹਿਬ ਇੱਕ ਬੜੇ ਸਾਫ ਸੁਥਰੇ ਮਤਲਬ ਚਰਿੱਤਰ ਦੇ ਇਨਸਾਨ ਆ ਅਤੇ ਬਹੁਤ ਵੱਡੀ ਡਿਗਰੀ ਇਹਨਾਂ ਕੋਲ, ਅਤੇ ਬਹੁਤ ਹੀ ਮਤਲਬ ਗਰੀਬਾਂ ਨੂੰ ਫ੍ਰੀ ਵੀ ਦਵਾਈ ਦੇ ਦਿੰਦੇ ਆ ਅਤੇ ਬਹੁਤ ਲੰਬੇ ਸਮੇਂ ਤੋਂ ਮਤਲਬ ਇਹ ਸੇਵਾ ਕਰਦੇ ਆਉਂਦੇ ਆ। ਬਿਲਕੁਲ ਕੰਟਰੋਲ ਰੇਟ 'ਤੇ ਜੀ, ਬਿਲਕੁਲ। ਇਹ MBBS ਬੋਰਡ ਵੇਖੋ ਕਿੱਡੀ ਕਿੱਡੀ ਵੱਡੀ ਡਿਗਰੀ ਇਹਨਾਂ ਕੋਲ। ਬਾਕੀ ਇਹਨਾਂ ਦੇ ਮਤਲਬ ਜੋ ਰੇਟ ਆ ਉਹ ਬਿਲਕੁਲ ਮਤਲਬ ਸੇਵਾ ਹੀ ਕਰਨ ਡੇ ਆ। ਹਾਂਜੀ, ਇਹਨਾਂ ਦੇ ਮੇਰੇ ਖਿਆਲ ਬੇਟੇ ਨੇ ਡਾਕਟਰ ਇੱਥੇ ਦੰਦਾਂ ਦਾ ਕਲੀਨਿਕ ਵੀ ਖੋਲ੍ਹਿਆ ਸੀ, ਉਹਨਾਂ ਦਾ ਵੀ ਮਤਲਬ ਇਹੀ ਹਿਸਾਬ ਹੈ, ਇਹੋ ਰੇਟ ਸਾਰਾ ਸੇਵਾ ਹੀ। ਮੋਦੀਖਾਨੇ ਦੀ ਗੱਲ ਕੀਤੀ ਜਾਂਦੀ ਹੈ, ਤੁਹਾਨੂੰ ਕਿਵੇਂ ਲੱਗਦਾ ਕਿ ਇੱਥੇ ਉਹੀ ਸਹੂਲਤਾਂ ਮਿਲਦੀਆਂ ਨੇ ਜੋ ਮੋਦੀਖਾਨੇ ਦੇ ਨਾਂ 'ਤੇ ਦਾਅਵਾ ਕੀਤਾ ਜਾਂਦਾ? ਬਿਲਕੁਲ ਜੀ, ਬਿਲਕੁਲ। ਸਾਨੂੰ ਮਾਣ ਹੈ ਆਪਣੇ ਇਲਾਕੇ ਤੇ ਕਿਉਂਕਿ ਇਹ ਜਿਹੜਾ ਮੋਦੀਖਾਨਾ ਇੱਥੇ ਸਾਡੇ ਪਿਛਲੇ ਜਾਣੀ ਕਿ ਸਾਡੀ ਤਾਂ ਉਮਰ 30 ਕੁ ਸਾਲ ਆ, ਬਾਕੀ 40-45 ਸਾਲ ਤੋਂ ਇਹ ਖੁੱਲ੍ਹਾ ਪਿਆ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਇਹ ਮੇਰਾ ਨਾਮ ਬਲਜੀਤ ਸਿੰਘ, ਪਿੰਡ ਕਲੇਰ ਮੰਗਟ। ਅੱਜ ਦਵਾਈ ਲੈਣ ਆਏ ਹਾਂ, ਉਸੇ ਉਹ ਵਿਚਾਰ ਕਰਨ ਦੇ ਹਾਂ ਵੀ ਅਸੀਂ ਸਾਰੇ ਮਿਲ ਕੇ ਵੀ ਇਹ ਡਾਕਟਰ ਸਾਹਿਬ ਜੋ ਤੁਸੀਂ ਵਿਚਾਰ ਸੁਣੀ, ਇਹ ਡਾਕਟਰ ਸਾਹਿਬ MBBS ਹੋਣ ਦੇ ਨਾਤੇ ਵੀ ਮਤਲਬ 40-50 ਰੁਪਈਆਂ ਦੇ ਵਿੱਚ ਦਵਾਈ ਜਿਹੜੀ ਦੇ ਦਿੰਦੇ ਨੇ। ਨਹੀਂ ਤਾਂ ਕੋਈ ਵੀ ਮੇਰੇ ਖਿਆਲ ਮਜੀਠੇ ਦੇ ਵਿੱਚੋਂ ਡਾਕਟਰ ਹੋਵੇਗਾ ਜਿਹੜਾ ਇੰਨੀ ਘੱਟ ਰੇਟ 'ਤੇ ਮਤਲਬ ਦਵਾਈ ਨਹੀਂ ਦਿੰਦੇ। ਹਾਂਜੀ, ਮਿਲਦੀ ਹੈ ਜੀ। ਤੁਸੀਂ ਆਪ ਵੇਖੋ MBBS ਡਾਕਟਰ ਹੋਵੇ ਅਤੇ ਕੋਈ ਵੀ ਜਿੱਦਾਂ ਕੱਲ੍ਹ ਬਿਮਾਰੀ ਬੁਖਾਰ ਜਾਂ ਕੋਈ ਵੀ ਬਿਮਾਰੀ ਹੋਵੇ ਅਤੇ 40-50 ਰੁਪਈਆਂ ਦੀ ਅਗਲੇ ਦਵਾਈ ਦੇਣ ਦੇ ਆ, ਅਤੇ ਇਹ ਸੇਵਾ ਹੀ ਆ, ਮੋਦੀਖਾਨਾ ਹੀ ਆ। ਦੋਸਤੋ, ਜਿਵੇਂ ਕਿ ਅਸੀਂ ਤੁਹਾਨੂੰ ਹਸਪੀਟਲ ਦੇ ਬਾਹਰੀ ਜਿਹੜੇ ਆ ਉਹ ਦ੍ਰਿਸ਼ ਦਿਖਾ ਚੁੱਕੇ ਹਾਂ ਔਰ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਨ ਲਈ ਅਸੀਂ ਉਹਨਾਂ ਦੇ ਕੋਲ ਪਹੁੰਚੇ ਹੋਏ ਹਾਂ। ਸਾਡੇ ਨਾਲ ਇਸ ਵੇਲੇ ਡਾਕਟਰ ਸਾਹਿਬ ਮੌਜੂਦ ਨੇ। ਡਾਕਟਰ ਸਾਹਿਬ, ਪਹਿਲਾਂ ਸਵਾਗਤ ਹੈ ਸਪੋਕਸਮੈਨ ਟੀਵੀ ਦਾ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਮੇਰੇ ਨਾਲ ਇੰਟਰਵਿਊ ਕਰਨ ਵਾਸਤੇ। ਡਾਕਟਰ ਸਾਹਿਬ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਨਾਮ ਕੀ ਹੈ, ਹਸਪੀਟਲ ਦਾ ਕੀ ਨਾਮ ਹੈ ਔਰ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇੱਥੇ ਆਏ ਪ੍ਰੈਕਟਿਸ ਕਰ ਰਹੇ ਹੋ? ਮੈਂ ਡਾਕਟਰ ਸੁਦੇਸ਼ ਕੁਮਾਰ, ਇਸ ਵੇਲੇ ਉਮਰ ਮੇਰੀ ਹੈ 72 ਈਅਰਸ। ਮੈਂ 1975 ਤੋਂ ਫੁੱਲ ਪ੍ਰੈਕਟਿਸ 21 ਜੂਨ 1975 ਤੋਂ ਪ੍ਰੈਕਟਿਸ ਕਰ ਰਿਹਾ। ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਗ੍ਰੈਜੂਏਟ ਹਾਂ।
ਤੇ ਲਗਾਤਾਰ ਉਸ ਟਾਈਮ ਤੋਂ ਹੀ ਪ੍ਰੈਕਟਿਸ ਮੈਂ ਕਰ ਰਿਹਾ। ਡਾਕਟਰ ਸਾਹਿਬ, ਸੋਸ਼ਲ ਮੀਡੀਆ ਤੇ ਤੁਹਾਡੀਆਂ ਖਬਰਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ ਕਿ ਤੁਸੀਂ ਪਿਛਲੇ ਕਰੀਬ 45 ਸਾਲ ਤੋਂ ਜਿਹੜਾ ਕੰਟਰੋਲ ਰੇਟ ਤੇ ਲੋਕਾਂ ਦੀ ਮਰੀਜ਼ਾਂ ਦੀ ਸੇਵਾ ਕਰ ਰਹੇ ਹੋ, ਕਿੰਨੀ ਕੁ ਸੱਚਾਈ ਇਸ ਕਥਨ ਦੇ ਵਿੱਚ? ਇਹ ਬਿਲਕੁਲ ਠੀਕ ਹੈ। ਜਿਸ ਵੇਲੇ ਮੈਂ ਪ੍ਰੈਕਟਿਸ 1975 'ਚ ਸ਼ੁਰੂ ਕੀਤੀ ਸੀ, ਸਿਰਫ ਮੈਂ ਉਸ ਵੇਲੇ 2 ਤੋਂ 2.5 ਰੁਪਏ ਔਰ ਮੈਕਸਿਮਮ ਵੱਧ ਤੋਂ ਵੱਧ 3 ਰੁਪਏ ਚਾਰਜ ਕਰਦਾ ਸੀ ਇੱਕ ਪੇਸ਼ੈਂਟ ਕੋਲੋਂ। ਕਿਸੇ ਕੋਲੋਂ ਅੱਜ ਤੱਕ ਨਾ ਕੋਈ ਪਰਚੀ ਫੀਸ, ਨਾ ਕੋਈ ਕੰਸਲਟੇਸ਼ਨ ਫੀਸ, ਸਿਰਫ ਦਵਾਈ ਵੀ ਐਸੀ ਬਿਲਕੁਲ ਸਟੈਂਡਰਡ ਦਵਾਈ ਔਰ ਬਿਲਕੁਲ ਵਾਜਬ ਰੇਟ ਦੇ ਉੱਤੇ, ਕਿਸੇ ਪ੍ਰਿੰਟ ਰੇਟ ਨਹੀਂ, ਪ੍ਰਿੰਟ ਰੇਟ ਤੋਂ ਵੀ ਤਕਰੀਬਨ ਅੱਧੇ ਤੋਂ ਤੀਸਰੇ ਹਿੱਸੇ 'ਤੇ ਵੀ ਪ੍ਰਿੰਟ ਰੇਟ 'ਤੇ ਵੇਚਦਾ ਰਿਹਾ। ਇਹ ਮੇਰਾ ਸਾਰਾ ਇਲਾਕੇ ਨੂੰ ਪਤਾ ਹੈ। 10 ਕਿਲੋਮੀਟਰ ਦੇ ਇਲਾਕੇ ਦੇ ਕਿਸੇ ਵੀ ਸ਼ਖਸ ਨੂੰ ਪੁੱਛਿਆ ਜਾਵੇ ਤੇ ਉਹ ਮੇਰੀ ਸੱਚਾਈ ਤੁਹਾਨੂੰ ਦੱਸ ਸਕਦਾ। ਡਾਕਟਰ ਸਾਹਿਬ, ਇੱਕ ਅੱਜ ਕੱਲ੍ਹ ਬੜਾ ਨਾ ਰੌਲਾ ਪਾਇਆ ਜਾ ਰਿਹਾ, ਲੁਧਿਆਣਾ ਤੋਂ ਕੋਈ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਹੈ ਜਿਨੇ ਪਿਛਲੇ ਦਿਨੀ ਮੋਦੀਖਾਨਾ ਨਾਮ ਹੇਠ ਜਿਹੜਾ ਇੱਕ ਮੈਡੀਕਲ ਸਟੋਰ ਚਾਲੂ ਕੀਤਾ ਤੇ ਕਾਫੀ ਜਿਹੜਾ ਆ ਉਹ ਜਾਣਕਾਰੀ ਦਿੱਤੀ ਕਿ ਜਿਹੜੀਆਂ ਦਵਾਈਆਂ ਨੇ ਉਹ ਪ੍ਰਿੰਟ ਰੇਟ ਤੋਂ ਵੀ 3 ਗੁਣਾ ਘੱਟ ਰੇਟ ਤੇ ਇੱਕ ਡਾਕਟਰ ਨੂੰ ਮੈਡੀਕਲ ਸਟੋਰ ਵਾਲੇ ਨੂੰ ਕੋਸਟ ਪੈਂਦੀ ਹੈ, ਪਰ ਅਸੀਂ ਪ੍ਰਿੰਟ ਰੇਟ ਤੇ ਵੇਚ ਕੇ ਜਿਹੜਾ ਮਰੀਜ਼ਾਂ ਦੀ ਲੁੱਟ ਕਰ ਰਹੇ ਹਾਂ। ਤੁਹਾਡੇ ਬਾਰੇ ਸਾਨੂੰ ਤੁਹਾਡੇ ਏਰੀਆ 'ਚ ਪਤਾ ਲੱਗਾ, ਕੋਈ ਸੋਸ਼ਲ ਮੀਡੀਆ 'ਤੇ ਤੁਹਾਡੀਆਂ ਖਬਰਾਂ ਵਾਇਰਲ ਹੋਈਆਂ ਕਿ ਤੁਸੀਂ ਵੀ ਜਿਹੜਾ ਕੰਟਰੋਲ ਰੇਟ ਤੇ ਦਿੰਦੇ ਹੋ। ਇਹ ਕੀ ਕਾਰਨ ਹੈ, ਕਿੰਨੀ ਕਿ ਸੱਚਾਈ ਹੈ ਕਿ ਵਾਕਿਆ ਹੀ ਜੇ 100 ਰੁਪਏ ਦਾ ਪਤਾ ਹੈ ਤਾਂ ਪਿੱਛੋਂ ਕੋਈ 15-20 ਰੁਪਏ ਦਾ ਪੈਂਦਾ ਹੈ? ਚਲੋ ਇਹ ਸੱਚਾਈ ਤੇ ਠੀਕ ਹੈ। ਕੁਝ ਕੰਪਨੀਆਂ ਜਿਹੜੀਆਂ ਦਵਾਈਆਂ ਨੇ ਕੁਝ ਐਥੀਕਲ ਹੁੰਦੀਆਂ ਤੇ ਕੁਝ ਜਿਹੜੀਆਂ ਨੇ ਜੈਨਰਿਕ ਦਵਾਈਆਂ ਨੇ, ਸਟੈਂਡਰਡ ਕੰਪਨੀਆਂ ਦੀਆਂ ਵੀ। ਸਟੈਂਡਰਡ ਕੰਪਨੀਆਂ ਜਿਹੜੀਆਂ ਨੇ ਉਹ ਐਥੀਕਲ ਦਵਾਈਆਂ ਵਾਸਤੇ ਉਹਨਾਂ ਨੂੰ ਪ੍ਰਮੋਸ਼ਨ ਕਰਨੀ ਪੈਂਦੀ ਆ, MR ਰੱਖਣੇ ਪੈਂਦੇ ਨੇ, ਸੈਂਪਲ ਲੋਕਾਂ ਨੂੰ ਵੰਡਣੇ ਪੈਂਦੇ ਨੇ, ਇਸ ਕਰਕੇ ਉਹਨਾਂ ਦੇ ਰੇਟ ਕੁਝ ਜ਼ਿਆਦਾ ਨੇ। ਜੈਨਰਿਕ ਦਵਾਈਆਂ ਦੇ ਵਿੱਚ ਸਿਰਫ ਸਾਲਟ ਦੀ ਕਾਸਟ ਹੁੰਦੀ ਆ ਜਾਂ ਮੈਨੂਫੈਕਚਰਿੰਗ ਕਾਸਟ ਹੁੰਦੀ ਆ, ਲੇਕਿਨ ਪ੍ਰਿੰਟ ਉਹਨਾਂ ਨੇ ਉਹੀ ਰੱਖੇ ਹੁੰਦੇ ਆ, ਲੇਕਿਨ ਸਾਨੂੰ ਉਹ ਸਸਤੀਆਂ ਪੈਂਦੀਆਂ ਨੇ, ਜਿਹਦੇ ਕਾਰਨ ਕਈ ਕੈਮਸ ਸ਼ਾਪ ਜਿਹੜੇ ਵਾਲੇ ਨੇ ਕਈ ਤਾਂ ਉਸੇ ਪ੍ਰਿੰਟ ਰੇਟ ਦੇ ਉੱਤੇ ਹੀ ਪੇਸ਼ੈਂਟ ਨੂੰ ਦਿੰਦੇ ਨੇ, ਡਾਕਟਰ ਵੀ ਪੇਸ਼ੈਂਟ ਨੂੰ ਉਹੀ ਪ੍ਰਿੰਟ ਰੇਟ 'ਤੇ ਦਿੰਦੇ ਨੇ। ਲੇਕਿਨ ਇਹ ਤਾਂ ਆਪੋ ਆਪਣੀ ਸੋਚ ਹੈ ਕਿ ਅਸੀਂ ਮਰੀਜ਼ ਤੱਕ ਕਿਸ ਤਰ੍ਹਾਂ ਪਹੁੰਚਣਾ। ਮੇਰੀ ਸੋਚ ਇਹ ਹੈ ਕਿ ਮੈਂ ਆਪਣੀ ਤਾਲੀਮ ਨੂੰ ਮਾਸਿਸ ਤੱਕ ਪਹੁੰਚਾਉਣਾ ਚਾਹੁੰਦਾ ਕਿ ਗਰੀਬ ਤੋਂ ਗਰੀਬ ਜਿਹੜਾ ਹੈ ਉਹ ਵੀ ਮੇਰੀ ਤਾਲੀਮ ਦਾ ਫਾਇਦਾ ਉਠਾ ਸਕੇ, ਕਿਉਂਕਿ ਅਗਰ ਮੇਰੇ ਕੋਲ ਉਹ ਤਾਲੀਮ ਮੇਰੀ ਦਾ ਫਾਇਦਾ ਨਹੀਂ ਉਠਾਏਗਾ, ਉਹ ਕਿਸੇ ਹੋਰ ਕੋਲ, ਮੈਂ ਉਹਦੀ ਪਹੁੰਚ ਵਿੱਚ ਨਹੀਂ ਹੋਵਾਂਗਾ ਤੇ ਉਹ ਕਿਸੇ ਹੋਰ ਕੋਲੋਂ ਜਾ ਕੇ ਦਵਾਈ ਖਰੀਦੇਗਾ ਤੇ ਜਿਹਨੂੰ ਆਰਾਮ ਨਹੀਂ ਆਏਗਾ ਕੁਐਕ ਕੋਲ ਜਾਏਗਾ, ਆਰਾਮ ਨਹੀਂ ਆਏਗਾ ਫਿਰ ਹਸਪੀਟਲ ਪਹੁੰਚੇਗਾ ਤੇ ਕਾਫੀ ਉਹਦਾ ਨੁਕਸਾਨ ਹੋ ਸਕਦਾ। ਔਰ ਮੈਂ ਉਹਦੀ ਪਹੁੰਚ ਤੱਕ ਹਾਂ, ਹਰ ਗਰੀਬ ਦੀ ਪਹੁੰਚ ਤੱਕ ਹਾਂ ਮੈਂ। ਡਾਕਟਰ ਸਾਹਿਬ, ਇੱਥੇ ਤੁਸੀਂ ਜਦੋਂ ਅਸੀਂ ਆਏ ਤੁਹਾਡੇ ਕੋਲ ਕੁਝ ਸਾਨੂੰ ਮੈਡੀਕਲ ਵੀ ਜਿਹੜੀ ਆ ਮੈਡੀਸਨ ਮੈਡੀਕਲ ਤੇ ਜਿਹੜੀ ਤੁਹਾਡੇ ਉਪਲਬਧ ਹੈ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਸੀ। ਉਹ ਮੈਡੀਸਨ ਕਿਹੜੀ ਆ ਤੁਸੀਂ ਮੈਨੂੰ ਦਿਖਾ ਰਹੇ ਸੀ, ਉਹ ਮੈਂ ਚਾਹੁੰਦਾ ਕਿ ਉਹ ਸਾਨੂੰ ਦਿਖਾਈ ਜਾਵੇ ਕਿ ਜਿਹਦਾ ਕੋਈ 80 ਰੁਪਏ ਰੇਟ ਹੈ ਜੋ ਪਿੱਛੋਂ ਸਾਨੂੰ 20 ਰੁਪਏ ਦੀ 22 ਰੁਪਏ ਦੀ ਪੈਂਦੀ, ਅਸੀਂ ਫਿਰ ਆਪਣਾ ਜਿਹੜਾ ਉੱਥੋਂ ਇੰਟਰਸਟ ਲਾ ਕੇ ਕਿ ਸਾਡਾ ਕੀ ਖਰਚੇ ਨੇ ਉਹ ਜੋੜ ਕੇ ਆਪਾਂ ਜਿਹੜੀ ਉੱਥੋਂ ਕਮਾਈ ਕਰ ਲੈਣੀ, ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਜਿਸ ਤਰ੍ਹਾਂ ਅਸੀਂ ਐਮਲੋਡਿਪੀਨ ਐਮਲੋਗ 80 ਆ, ਜਰਮਨ ਰੈਮਡੀਜ਼ ਦੀ ਹੈ, ਇੰਟਰਨੈਸ਼ਨਲ ਕੰਪਨੀ ਹੈ, ਜੈਨਰਿਕ ਦੇ ਵਿੱਚ ਹੈ। ਅਸੀਂ ਪੇਸ਼ੈਂਟ ਨੂੰ ਇਹ ਪੱਤਾ 15 ਗੋਲੀਆਂ ਦਾ ਪੱਤਾ ਜਿਹੜਾ ਸਿਰਫ 20 ਰੁਪਏ ਦਾ ਦਿੰਦੇ ਹਾਂ, ਔਰ ਜਿਹੜਾ ਉਹ ਜੇ ਕਿਸੇ ਡਾਕਟਰ ਕੋਲ ਚਲਾ ਜਾਏਗਾ ਤਾਂ ਉਹ ਇਹਦਾ 50 ਰੁਪਏ ਤੋਂ ਘੱਟ ਨਹੀਂ ਦੇਗਾ, ਕਿਉਂਕਿ ਇਹਦਾ ਰੇਟ ਵੀ ਇੰਨਾ ਹੀ ਹੈ, 50 60 55 ਰੁਪਏ ਇਹਦਾ ਰੇਟ। ਠੀਕ ਹੈ, ਇਸ ਤਰ੍ਹਾਂ ਹੀ ਹੋਰ ਸਾਰੀਆਂ ਦਵਾਈਆਂ ਇਸੇ ਤਰ੍ਹਾਂ ਹੀ ਆ, ਜਿਸ ਤਰ੍ਹਾਂ ਉਹ ਦੱਸਦਾ ਸੀ ਪੈਂਟਾਪੈਰਾਜ਼ੋਲ ਇੰਨੇ ਦੀ ਆ, ਲੇਕਿਨ ਪੈਂਟਾ ਡੀ ਹੈ ਜਿਸ ਤਰ੍ਹਾਂ ਇਹਦੇ ਰੇਟ ਇਸ ਤਰ੍ਹਾਂ 113 ਰੁਪਏ ਪੱਤੇ ਦਾ, ਲੇਕਿਨ ਅਸੀਂ ਮਰੀਜ਼ ਨੂੰ ਤੇ 30 ਰੁਪਏ ਦਾ ਸਿਰਫ ਦਿੰਦੇ ਹਾਂ। ਇਸੇ ਤਰ੍ਹਾਂ ਜਿਸ ਤਰ੍ਹਾਂ ਵਾਈਸੋਲੋਨ ਹੈ ਜਾਂ ਕੋਈ ਪੇਨ ਕਿਲਰ ਨੇ ਸਾਰੇ, ਜਿਨ੍ਹਾਂ ਦੇ ਉੱਤੇ ਕੀਮਤ ਬਹੁਤ ਲਿਖੀ ਹੁੰਦੀ ਆ, ਲੇਕਿਨ ਅਸੀਂ ਆਪਣਾ ਛੋਟਾ ਜਿਹਾ ਮਾਰਜਨ ਰੱਖ ਕੇ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਕਿ ਉਹ ਠੀਕ ਹੋ ਜਾਏ। ਡਾਕਟਰ ਸਾਹਿਬ, ਮੋਦੀਖਾਨਾ ਨਾਂ ਉਹਨਾਂ ਨੇ ਰੱਖਿਆ, ਹੋਰ ਵੀ ਕਾਫੀ ਜਿਹੜੇ ਮੈਡੀਕਲ ਸਟੋਰਾਂ ਵਾਲੇ ਨੇ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਿਤ ਆ, ਉਹਨਾਂ ਵੀ ਆਪਣੇ ਮੈਡੀਕਲ ਦੇ ਬਾਹਰ ਲਿਖ ਕੇ ਲਾ ਦਿੱਤਾ ਕਿ ਅਸੀਂ ਵੀ ਮੋਦੀਖਾਨਾ ਚਲਾਵਾਂਗੇ ਜੀ, ਕੰਟਰੋਲ ਰੇਟ ਤੇ ਦੇਵਾਂਗੇ। ਤੁਸੀਂ ਇਸ ਤਰ੍ਹਾਂ ਦਾ ਨਾਂ ਕਿਉਂ ਨਹੀਂ ਦਿੱਤਾ? ਪਿਛਲੇ 45 ਸਾਲ ਤੋਂ ਕੰਮ ਕਰ ਰਹੇ ਹੋ। ਦੇਖੋ ਜੀ, ਮੈਨੂੰ ਇਸ ਹਾਈਲਾਈਟ ਦੀ ਜ਼ਰੂਰਤ ਨਹੀਂ ਸੀ, ਉਹ ਵੀ ਇੱਕ ਮੇਰਾ ਸੱਜਣ ਹੀ ਸੀ, ਇੱਕ ਵਾਕਫ ਸੀ ਪੇਸ਼ੈਂਟ ਮੇਰਾ, ਤੇ ਜਿਹੜਾ ਮੇਰੀ 2 ਫੋਟੋਆਂ ਖਿੱਚ ਕੇ ਲੈ ਗਿਆ ਕਿ ਮੈਂ ਕਿਹਾ ਕਾਹਦੇ ਵਾਸਤੇ, ਕਹਿੰਦਾ ਜੀ ਕੋਈ ਗੱਲ ਨਹੀਂ। ਉਹ ਸ਼ਾਮ ਨੂੰ ਜਦੋਂ ਮੈਨੂੰ ਪਤਾ ਲੱਗਾ ਕਿ ਉਹਨੇ ਫੇਸਬੁੱਕ 'ਤੇ ਵੀ ਪਾ ਦਿੱਤਾ ਤੇ ਉਹ ਮੈਂ ਆਂਢੀ ਗੁਆਂਢੀ ਮੇਰੇ ਆ ਕੇ ਡਾਕਟਰ ਤੁਹਾਡੀ ਤੇ ਅੱਜ ਮਸ਼ਹੂਰੀ ਹੋਰ ਕਰਤੀ ਇਹਨਾਂ ਨੇ, ਤੋ ਇਸ ਕਰਕੇ ਉਹ
ਮੈਨੂੰ ਤੇ ਇਹਦੀ ਜ਼ਰੂਰਤ ਕੋਈ ਨਹੀਂ, ਕਿਉਂਕਿ ਮੈਂ ਤੇ ਆਪਣੇ ਇਲਾਕੇ ਵਾਸਤੇ ਬੈਠਾ। ਮੇਰਾ ਜੰਮਣ ਪਲਣ ਮਜੀਠੇ ਦਾ। ਮੈਂ ਮਜੀਠੇ ਤੋਂ ਹੀ ਸਾਈਕਲ ਤੇ ਜਾ ਕੇ ਮੈਡੀਕਲ ਕਾਲਜ ਪੜ੍ਹਿਆ। ਮਜੀਠੇ ਤੋਂ ਹੀ ਸਾਨੂੰ 1964 ਤੋਂ ਲੈ ਕੇ ਡੀਏਵੀ ਕਾਲਜ ਵਿੱਚ ਪੜ੍ਹਿਆ। ਸਾਈਕਲ ਤੇ ਜਾ ਕੇ ਸਾਈਕਲ ਤੇ ਹੀ ਆ ਕੇ ਪੜ੍ਹਿਆ। ਇੱਕ ਗਰੀਬ ਪਰਿਵਾਰ ਦਾ ਹੋ ਕੇ ਤੇ ਮੈਨੂੰ ਪਤਾ ਵੀ ਗਰੀਬੀ ਕੀ ਹੁੰਦੀ ਹੈ, ਤੇ ਮਰੀਜ਼ ਜੇ ਕੋਈ ਬਿਮਾਰ ਗਰੀਬ ਦਾ ਹੋ ਜਾਏ ਤੇ ਕਿਸ ਤਰ੍ਹਾਂ ਠੀਕ ਹੋਏਗਾ। ਡਾਕਟਰ ਸਾਹਿਬ, ਮੈਨੂੰ ਤੁਹਾਡੇ ਕਿਸੇ ਜਿਹੜਾ ਪੇਸ਼ੈਂਟ ਸੀ ਉਹਨੇ ਦੱਸਿਆ ਕਿ ਸਾਨੂੰ ਕੋਈ 1000 ਰੁਪਏ ਦੀ ਹਾਰਟ ਦੀ ਜਿਹੜੀ ਮੈਡੀਸਿਨ ਹੈ ਉਹ ਅੰਮ੍ਰਿਤਸਰ ਤੋਂ ਮਿਲਦੀ ਹੈ, ਤੇ ਜੇ ਅਸੀਂ ਡਾਕਟਰ ਸਾਹਿਬ ਕੋਲ ਨੇ ਉਹ ਸਾਨੂੰ ਕੋਈ 300 ਰੁਪਏ ਦੀ ਜਿਹੜੀ ਮਿਲ ਜਾਂਦੀ ਹੈ। ਕੰਪਨੀਆਂ ਕਿਉਂ ਇਸ ਤਰ੍ਹਾਂ ਕਰਦੀਆਂ ਨੇ ਕਿ 300 ਰੁਪਏ ਵਾਲੀ ਦਵਾਈ ਦਾ ਰੇਟ ਜਿਹੜਾ ਉਹ 'ਤੇ 1000 ਲਿਖ ਦਿੰਦੀਆਂ ਨੇ? ਕੀ ਕਾਰਨ ਇਹਦੇ ਪਿੱਛੇ? ਇਹ ਤਾਂ ਸਾਡੀ ਸਰਕਾਰ ਦਾ ਹੀ ਕਸੂਰ ਹੈ। ਜੇ ਅਗਰ ਸਰਕਾਰ ਚਾਹਵੇ ਤੇ ਰੇਟ ਇਸ ਤਰ੍ਹਾਂ ਦਾ ਫਿਕਸ ਕਰ ਸਕਦੀ ਹੈ। ਕੁਝ ਐਸੀਆਂ ਧਾਰਾਵਾਂ ਨੇ ਜਿਹਦੇ ਵਿੱਚ ਫਿਕਸ ਕਰ ਦੇਣ ਕਿ ਭਈ ਇਸ ਰੇਟ ਤੋਂ ਆਹ ਜਿਹੜੀ ਦਵਾਈ ਇਸ ਰੇਟ ਤੋਂ ਬਾਅਦ ਕੋਈ ਪ੍ਰਿੰਟ ਨਹੀਂ ਕਰ ਸਕਦਾ, ਤੇ ਸਾਰਾ ਹੀ ਮਸਲਾ ਹੱਲ ਹੋ ਜਾਂਦਾ। ਠੀਕ ਹੈ। ਇਹ ਤੇ ਫਾਰਮਾਸਿਊਟੀਕਲ ਕੰਪਨੀਆਂ ਨੇ ਜਿਹੜੀਆਂ ਸਰਕਾਰ ਨੂੰ ਫੰਡ ਦਿੰਦੀਆਂ ਨੇ ਤੇ ਜੋ ਮਰਜ਼ੀ ਕਰ ਲੈਂਦੀਆਂ, ਜਿੰਨੇ ਮਰਜ਼ੀ ਪੈਸੇ ਉੱਤੇ ਲਿਖਾ ਲੈਣ। ਐਥੀਕਲ ਤੇ ਜੈਨਰਿਕ ਜਿਹੜਾ ਆ ਇਹਦਾ ਕੀ ਭੇਦ ਬਣਿਆ ਹੋਇਆ? ਥੋੜ੍ਹਾ ਜਿਹਾ ਇਹ ਵੀ ਜਿਹੜੇ ਆਮ ਲੋਕ ਨੇ ਉਹ ਵੀ ਜਾਣਨਾ ਚਾਹੁੰਦੇ, ਉਹਨਾਂ ਨੂੰ ਵੀ ਥੋੜ੍ਹਾ ਤੁਸੀਂ ਪ੍ਰੈਕਟਿਸ ਕੀਤੀ ਇਹਨਾਂ ਲੰਮਾ ਸਮਾਂ, ਦੱਸੋ ਜਰਾ। ਐਥੀਕਲ ਦੇ ਵਿੱਚ ਹੈ ਕਿ ਕੰਪਨੀਆਂ ਨੇ ਕੁਝ ਆਪਣੇ ਟ੍ਰੇਡ ਨੇਮ ਰੱਖੇ ਹੋਏ ਆ, ਫਿਕਸ ਨਾਮ ਰੱਖੇ ਹੋਏ ਦਵਾਈਆਂ ਦੇ। ਉਹ ਦਵਾਈਆਂ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਇੱਕ ਮੈਡੀਕਲ ਰਿਪਰੈਜ਼ੈਂਟੇਟਿਵ ਜਿਹੜੇ ਨੇ ਹਰ ਡਾਕਟਰਾਂ ਕੋਲ ਜਾਂਦੇ ਨੇ ਵੀ ਸਾਡੀ ਆਹ ਦਵਾਈ ਨੂੰ ਤੁਸੀਂ ਪ੍ਰਮੋਟ ਕਰੋ, ਆਹ ਦਵਾਈ ਲਓ, ਤੇ ਉਹਦਾ ਖਰਚਾ ਫਿਰ ਉਹਦੇ ਤੇ ਐਥੀਕਲ ਦੇ ਉੱਤੇ ਸਰਕਾਰ ਦੀ ਐਕਸਾਈਜ਼ ਡਿਊਟੀ ਜ਼ਿਆਦਾ ਹੈ, ਜਿਹਦੇ ਕਰਕੇ ਉਹ ਕੋਸਟਲੀ ਹੋ ਜਾਂਦੀਆਂ ਨੇ। ਤੇ ਜੈਨਰਿਕ ਉਹੀ ਦਵਾਈ ਜਿਹੜੀ ਆ ਉਹਦੀ ਦੂਸਰੀ ਡਿਵੀਜ਼ਨ ਜਿਹੜੀ ਜੈਨਰਿਕ ਬਣਾਉਂਦੀ ਆ, ਉਹਦੇ 'ਤੇ ਪ੍ਰਿੰਟ ਉਹੀ ਆ, ਲੇਕਿਨ ਉਹ ਮਿਲਦੀ ਸਾਨੂੰ ਅੱਧੇ ਰੇਟ 'ਤੇ ਆ। ਕੁਝ ਮੈਡੀਕਲ ਵਾਲਿਆਂ ਦਾ ਇਹ ਦਾਅਵਾ ਹੈ, ਉਹ ਗੱਲ ਕਰਦੇ ਨੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕਹਿੰਦੇ ਆ ਕਿ ਜੇ 100 ਰੁਪਏ ਦਾ ਸਾਨੂੰ ਪਿੱਛੋਂ ਸਟ੍ਰਿਪ ਮਿਲ ਰਿਹਾ ਆ ਜੀ ਟੇਬਲੇਟ ਦਾ, ਜੇ ਅਸੀਂ ਉਹਨੂੰ 90 ਦਾ ਜਾਂ 95 ਦਾ ਵੇਚਦੇ ਹਾਂ, ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਕਿਉਂਕਿ ਅਸੀਂ ਇੱਥੇ ਜਿਹੜਾ ਆਪਣੀ ਦੁਕਾਨ ਦਾ ਵੀ ਸਾਡੇ 'ਤੇ ਕਾਫੀ ਖਰਚਾ ਆਉਂਦਾ। ਕੁਝ ਜਿਹੜੇ ਨਾਲ ਹੈਲਪਰ ਰੱਖੇ ਹੋਏ ਨੇ, ਸਾਡਾ ਏਸੀ ਦਾ ਖਰਚਾ ਹੈ ਜੀ, ਸਾਡਾ ਦੁਕਾਨ ਦਾ ਕਿਰਾਇਆ ਹੈ ਜੀ, ਸਾਡੇ ਹੋਰ ਇਸ ਤਰ੍ਹਾਂ ਦੇ ਜਿਹੜੇ ਫੁੱਟਕਲ ਖਰਚੇ ਵੀ ਹੈਗੇ ਨੇ, ਉਹਨਾਂ ਦਾ ਕਰਕੇ ਸਾਨੂੰ ਜਿਹੜਾ ਆ ਪੂਰੇ ਰੇਟ 'ਤੇ ਜਿਹੜੀ ਦਵਾਈ ਆ ਇਹ ਸੇਲ ਕਰਨੀ ਪੈਂਦੀ ਆ। ਤੁਸੀਂ 45 ਸਾਲ ਤੋਂ 5-7 ਰੁਪਏ ਦਾ ਮਾਰਜਨ ਰੱਖ ਕੇ ਜਿਹੜਾ ਵੇਚ ਰਹੇ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਖਰਚੇ ਜਿਹੜੇ ਪੂਰੇ ਕਰ ਪਾਉਂਦੇ ਹੋ ਇੰਨੇ ਮਾਰਜਨ ਦੇ ਵਿੱਚ? ਬਿਲਕੁਲ, ਕਿਉਂਕਿ ਮੈਂ ਆਪਣੀ ਪ੍ਰੈਕਟਿਸ ਸੀਰੀਜ਼ ਮੇਰਾ ਇਹ ਸੀ ਕਿ ਮੇਰੀ ਡੇਲੀ ਜਿਹੜੀ ਕਲਾਇੰਟੇਜ ਜਿਹੜੀ ਹੈ ਮੈਕਸਿਮਮ ਵੱਧ ਤੋਂ ਵੱਧ ਹੋਵੇ, ਤਾਂ ਕਿ ਮੇਰਾ ਜਿਹੜਾ ਖਰਚਾ ਜੇ ਇੱਕ ਮਰੀਜ਼ ਕੋਲੋਂ ਜੇ ਮੈਂ 10 ਰੁਪਏ ਕਮਾਉਣਾ ਤੇ ਜੇ ਮੈਂ ਰਾਤ ਨੂੰ 200 ਪੇਸ਼ੈਂਟ ਦੇਖ ਲਿਆ ਤਾਂ 2000 ਤੇ ਮੇਰਾ ਬਣ ਗਿਆ। ਮੈਕਸਿਮਮ ਕਲਾਇੰਟੇਜ ਜਿੰਨੀ ਜ਼ਿਆਦਾ ਹੋਏਗੀ ਉਹਨਾਂ ਮੇਰਾ ਪ੍ਰੋਫਿਟ ਵੀ ਜ਼ਿਆਦਾ ਹੋਏਗਾ। ਫਿਰ ਮੇਰਾ ਕੋਈ ਇੰਨਾ ਖਰਚਾ ਨਹੀਂ, ਮੇਰਾ ਲੈਵਿਸ਼ਲੀ ਕੋਈ ਖਰਚਾ ਨਹੀਂ ਹੈਗਾ। ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੀ ਸਿਨੇਮਾ ਹਾਲ ਨਹੀਂ ਵੇਖਿਆ, ਨਾ ਪੜ੍ਹਾਈ ਦੇ ਦੌਰਾਨ ਤੇ ਨਾ ਅੱਜ ਤੱਕ। ਹੋਰ ਮੇਰਾ ਕੋਈ ਖਰਚਾ ਕੋਈ ਨਹੀਂ, ਲੇਕਿਨ ਇਹ ਹੈ ਕਿ ਮੈਂ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ। ਮੇਰੇ ਤਿੰਨੇ ਬੱਚੇ ਤਿੰਨੇ ਡਾਕਟਰ ਨੇ, 2 ਬਹੂਆਂ ਨੇ, ਦੋਵੇਂ ਡਾਕਟਰ ਨੇ। ਇੱਕ ਮੇਰਾ ਬੇਟਾ ਹਾਰਟ ਸਪੈਸ਼ਲਿਸਟ ਹੈ, ਇਹ ਉਹਦੀ ਵਾਈਫ MD ਮੈਡੀਸਨ ਹੈ। ਦੂਸਰਾ ਬੇਟਾ ਮੇਰਾ ਗਵਰਨਮੈਂਟ ਜੌਬ 'ਚ, ਉਹ ਵੀ MBBS ਹੈ, ਉਹਦੀ ਵਾਈਫ MD ਹੈ, ਉਹ ਡੈਂਟਲ ਸਰਜਨ ਵੀ ਹੈ। ਮੇਰੀ ਇੱਕ ਬੇਟੀ ਹੈ, ਉਹ ਵੀ ਗੁਰੂ ਰਾਮਦਾਸ 'ਚ ਲੱਗੀ ਹੋਈ ਹੈ। ਮੇਰੀ ਵਾਈਫ ਸੀ ਲੈਕਚਰਰ, ਪ੍ਰਮੋਟ ਹੋ ਕੇ ਲੈਕਚਰਰ, ਤੇ ਉਹ ਰਿਟਾਇਰਡ ਹੋਏ ਨੇ। ਡਾਕਟਰ ਸਾਹਿਬ, ਤੁਹਾਡੇ ਬੱਚੇ ਤੁਸੀਂ ਦੱਸਿਆ ਕਾਫੀ ਜਿਹੜੀ ਉਚੇਰੀ ਉਹਨਾਂ ਵਿੱਦਿਆ ਹਾਸਲ ਕੀਤੀ, ਅੱਜ ਆਪਣੇ ਕੰਮ ਕਰਦੇ ਪਏ ਨੇ, ਤੁਹਾਡੇ ਨਕਸ਼ੇ ਕਦਮ 'ਤੇ ਚੱਲਦੇ ਪਏ ਨੇ, ਇਸ ਤਰ੍ਹਾਂ ਹੀ ਮਰੀਜ਼ਾਂ ਦੀ ਸੇਵਾ ਕਰਦੇ ਨੇ? ਬਿਲਕੁਲ। ਅੱਜ ਕੱਲ੍ਹ ਛੋਟੇ ਬੇਟੇ ਦੀ ਡਿਊਟੀ ਜਿਹੜੀ ਹੈ ਕਰੋਨਾ ਕਰਕੇ ਏਅਰਪੋਰਟ ਦੇ ਉੱਤੇ ਹੈ। ਮੇਰੀ ਛੋਟੀ ਨੂੰ ਜਿਹੜੀ ਉਹ ਡੈਂਟਲ ਸਰਜਨ, ਉਹ ਵੀ ਮੇਰੇ ਨਾਲ ਇੱਥੇ ਪ੍ਰੈਕਟਿਸ ਕਰਦੀ ਹੈ। ਵੱਡਾ ਬੇਟਾ ਮੇਰਾ ਜਿਹੜਾ ਹਾਰਟ ਸਪੈਸ਼ਲਿਸਟ ਤਰਨਤਾਰਨ ਸਦਰ ਥਾਣੇ ਦੇ ਸਾਹਮਣੇ ਹੈ ਮੈਡੀਕਲ ਹਾਰਟ ਸੈਂਟਰ, ਔਰ ਉਸ ਇਲਾਕੇ ਦਾ ਬੜਾ ਮੰਨਿਆ ਹੋਇਆ ਡਾਕਟਰ ਆ, ਔਰ ਪੂਰੀ ਉਸ 'ਤੇ ਉਹਦੀ ਇਲਾਕੇ ਦੇ ਵਿੱਚ ਹੋਂਦ ਹੈ, ਔਰ ਪੂਰਾ ਪ੍ਰੈਕਟਿਸ ਉਹਦੀ ਅੱਛੀ ਹੈ। ਔਰ ਉਸੇ ਤਰ੍ਹਾਂ ਹੀ ਮੇਰੇ ਨਕਸ਼ੇ ਕਦਮ ਚੱਲ ਰਿਹਾ। ਕੋਈ ਗਰੀਬ ਆਦੇ ਫ੍ਰੀ ਇਕੋ ਤੱਕ ਫ੍ਰੀ, ਅਲਟਰਾਸਾਊਂਡ ਤੱਕ ਫ੍ਰੀ ਕਰ ਦਿੰਦਾ ਉਹਦਾ। ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸਾਨੂੰ, ਕੋਈ ਫਾਈਨੈਂਸ਼ੀਅਲ ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਡਾ ਖਰਚਾ ਕੋਈ ਨਹੀਂ ਹੈਗਾ, ਸਾਡਾ ਲੈਵਿਸ਼ਲੀ ਕੋਈ ਖਰਚਾ ਨਹੀਂ, ਸਿਰਫ ਰੋਟੀ ਪਾਣੀ ਦਾ ਖਰਚਾ। ਜਿਹੜਾ ਮੈਂ ਘਰੋਂ ਆਉਣਾ ਸਵੇਰੇ, ਆਪਣੀ ਰੋਟੀ ਨਾਲ ਦੁਪਹਿਰ ਦੀ ਲੈ ਕੇ ਆਉਣਾ, ਰਾਤ ਨੂੰ ਜਾ ਕੇ ਘਰ ਖਾ ਲੈਣੀ, ਚਾਹ ਦਾ ਕੱਪ ਬਾਜ਼ਾਰ ਤੱਕ ਨਹੀਂ ਪੀਣਾ। ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜੀਆਂ ਅਸੀਂ ਆਪਣੀਆਂ ਰੋਜ਼ਮਰਰਾ ਦੀਆਂ ਲੋੜਾਂ ਉਹ ਵਧਾਈਆਂ ਹੋਈਆਂ ਨੇ, ਉਹਨਾਂ ਨੂੰ ਪੂਰੀਆਂ ਕਰਨ ਲਈ ਅਸੀਂ ਮਰੀਜ਼ਾਂ ਦੀ ਲੁੱਟ ਕਰਦੇ ਹਾਂ। ਹਾਂ ਬਿਲਕੁਲ, ਜਿੰਨੀਆਂ ਮਰਜ਼ੀ ਤੁਸੀਂ ਜ਼ਰੂਰਤਾਂ ਵਧਾ ਲਓਗੇ ਤੇ ਉਹਨੇ ਤੁਹਾਡੇ ਖਰਚੇ ਵੱਧ ਜਾਣਗੇ। ਫਿਰ ਖਰਚੇ ਵਧਾਓਗੇ ਤੇ ਫਿਰ ਲੋਕਾਂ ਤੋਂ ਲੁੱਟ ਖਸੁੱਟ ਕਰੋਗੇ ਤੇ ਤਾਂ ਹੀ ਤੁਹਾਡੇ ਖਰਚੇ ਪੂਰੇ ਹੋਣਗੇ। ਸਿੱਧੀ ਗੱਲ ਹੈ। ਜਿਹੜੇ ਮੈਡੀਕਲ ਸਟੋਰਾਂ ਵਾਲੇ ਬਹਾਨੇਬਾਜ਼ੀ ਕਰਦੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਸਾਨੂੰ ਖਰਚਾ ਪੈ ਜਾਂਦਾ ਜੀ, ਉਹਨਾਂ ਨੂੰ ਕੀ ਸੰਦੇਸ਼ ਦਿਓਗੇ ਕਿ ਜਿਹੜੇ ਮਰੀਜ਼ਾਂ ਦੀ ਲੁੱਟ ਕਰਦੇ ਆ ਉਹ ਬੰਦ ਕਰਕੇ ਆਪਣੇ ਖਰਚੇ ਘਟਾਈ ਜਾਣ? ਕਿਵੇਂ ਦਾ ਸੰਦੇਸ਼ ਉਹਨਾਂ ਨੂੰ ਦਿਓ?
ਗੱਲ ਇਹ ਹੈ, ਸਭ ਤੋਂ ਪਹਿਲਾਂ ਜ਼ਰੂਰੀ ਆ, ਅਗਰ ਕੋਈ ਵੀ ਕੈਮਲ ਸ਼ਾਪ ਵਾਲਾ ਅਗਰ ਰੀਜ਼ਨੇਬਲ ਰੇਟ ਤੇ ਵੇਚੇਗਾ ਤੇ ਉਹਦੀ ਸੇਲ ਵਧੇਗੀ। ਹਰ ਬੰਦਾ ਉਹਦੇ ਕੋਲ ਪਹੁੰਚੇਗਾ ਵੀ ਇੱਥੋਂ ਚੀਜ਼ ਜਿਹੜੀ ਹੈ ਸਾਨੂੰ ਜੈਨੂਅਨ ਔਰ ਸਸਤੀ ਮਿਲਣੀ ਹੈ, ਉਹਦੀ ਸੇਲ ਵੱਧ ਜਾਏਗੀ ਤਾਂ ਉਹਦਾ ਪ੍ਰੋਫਿਟ ਆਪਣੇ ਆਪ ਹੀ ਵੱਧ ਜਾਣਾ। ਬਾਕੀ ਜਿਹੜਾ ਲੈਵਿਸ਼ਲੀ ਆਪਣੇ ਖਰਚੇ ਨੇ ਉਹਨਾਂ ਨੂੰ ਕੰਟਰੋਲ ਕਰਨ ਤੇ ਸਾਰਾ ਮਸਲਾ ਹੱਲ ਹੋ ਜਾਂਦਾ, ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸੇ ਨੂੰ ਵੀ। ਡਾਕਟਰ ਸਾਹਿਬ ਜਿਹੜਾ ਨਾਨਕ ਮੋਦੀਖਾਨਾ ਨਾਂ ਤੇ ਵੀ ਪ੍ਰਚਾਰ ਵਪਾਰ ਕੀਤਾ ਜਾ ਰਿਹਾ, ਤੁਸੀਂ ਉਹਦੇ ਬਾਰੇ ਵੀ ਕੋਈ ਦੱਸੋ ਕਿ ਜੇ ਕਿਸੇ ਨੇ ਸੇਵਾ ਕਰਨੀ ਹੈ ਉਹ ਕਿਸੇ ਦਾ ਨਾਂ ਲਏ ਬਗੈਰ ਵੀ ਆਪਣੇ ਹਲਕੇ ਦੇ ਲੋਕਾਂ ਦੀ, ਆਪਣੇ ਨਾਲ ਜੁੜੇ ਹੋਏ ਮਰੀਜ਼ਾਂ ਦੀ ਸੇਵਾ ਕਰ ਸਕਦਾ। ਬਿਲਕੁਲ ਬਿਲकुल, ਜੇ ਅਗਰ ਕਿਸੇ ਨੇ ਸੇਵਾ ਕਰਨੀ ਤਾਂ ਹਰ ਬਿਨਾਂ ਕਿਸੇ ਨੂੰ ਦੱਸਿਆਂ ਤੋਂ ਹਰ ਇੱਕ ਬੰਦਾ ਜਿਹੜਾ ਵੀ ਆਉਂਦਾ ਉਹਨੂੰ ਪ੍ਰੇਮ ਨਾਲ ਦੇਖੋ, ਉਹਨੂੰ ਪ੍ਰੋਪਰ ਮੈਡੀਸਨ ਦਿਓ, ਉਹਦੇ ਕੋਲ ਪ੍ਰੋਪਰ ਚਾਰਜ ਕਰੋ ਤਾਂ ਕਿ ਉਹਨੂੰ ਤੁਹਾਡੀ ਜਿਹੜੀ ਪੈਸੇ ਤੁਸੀਂ ਉਹਦੇ ਕੋਲ ਲਏ ਵੀ ਆ ਉਹਨੂੰ ਪਿੰਚ ਨਾ ਕਰਨ ਤੇ ਬੰਦਾ ਠੀਕ ਹੋ ਜਾਏ। ਉਹ ਉਹਦੀਆਂ ਸੀਸਾਂ ਜਿਹੜੀਆਂ ਨੇ ਤੁਹਾਨੂੰ ਪ੍ਰਫੁੱਲਤ ਕਰਨਗੀਆਂ। ਤੁਸੀਂ 45 ਸਾਲ ਤੋਂ ਕੰਮ ਕਰਦੇ ਹੋ, ਲੋਕਾਂ 'ਚ ਕਿਵੇਂ ਦਾ ਪ੍ਰਭਾਵ ਤੁਹਾਡਾ ਹੈ? ਇਹ ਤੁਸੀਂ ਲੋਕਾਂ ਕੋਲ ਪੁੱਛ ਲਓ, ਮੈਨੂੰ ਤੇ ਆਪਣੇ ਇਲਾਕੇ ਦਾ ਦੇਵਤਾ ਹੀ ਸਮਝਦੇ ਨੇ ਉਹ। ਵੀ ਉਹ ਕਿਸੇ ਤੁਸੀਂ 10 ਕਿਲੋਮੀਟਰ ਦੇ ਏਰੀਆ ਵਿੱਚ ਕਿਸੇ ਪਿੰਡ 'ਚ ਚਲੇ ਜਾਓਗੇ, ਪੁੱਛੋਗੇ ਵੀ ਡਾਕਟਰ ਸੁਦੇਸ਼ ਕੁਮਾਰ ਨੂੰ ਜਾਣਦੇ ਹੋ, ਉਹ ਕਹਿਣਗੇ ਉਹ ਤੇ ਇਲਾਕੇ ਦੇ ਸਾਡੇ ਦੇਵਤਾ ਨੇ, ਉਹ ਚਲੇ ਗਏ ਤਾਂ ਅਸੀਂ ਤੇ ਸੁਣਨੇ ਹੋ ਜਾਵਾਂਗੇ। ਸੋ ਦੋਸਤੋ, ਇਹ ਤੁਸੀਂ ਸੁਣਿਆ ਡਾਕਟਰ ਸੁਦੇਸ਼ ਕੁਮਾਰ ਦੀ, ਜੋ ਮਜੀਠਾ ਸ਼ਹਿਰ ਵਿਖੇ ਆਪਣਾ ਇੱਕ ਜਿਹੜਾ ਆ ਛੋਟਾ ਜਿਹਾ ਹਸਪੀਟਲ ਚਲਾਉਂਦੇ ਨੇ ਔਰ ਪਿਛਲੇ 45 ਸਾਲ ਤੋਂ ਦਾਵਾ ਇਹ ਲੋਕਾਂ ਦਾ ਵੀ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਦਾ ਵੀ ਕਿ ਕੰਟਰੋਲ ਰੇਟ ਤੇ ਜਿਹੜੀਆਂ ਦਵਾਈਆਂ ਨੇ ਉਹ ਮਰੀਜ਼ਾਂ ਨੂੰ ਮੁਹੱਈਆ ਕਰਾਈਆਂ ਜਾਂਦੀਆਂ ਨੇ। ਸੋ ਦੋਸਤੋ, ਤੁਸੀਂ ਜੁੜੇ ਰਹਿਣਾ ਸਪੋਕਸਮੈਨ ਟੀਵੀ ਨਾਲ। ਅਸੀਂ ਤੁਹਾਨੂੰ ਜਿਹੜੀ ਹੋਰ ਵੀ ਅੱਗੇ ਨਿਊ ਅਪਡੇਟ ਦਿੰਦੇ ਰਹਾਂਗੇ। ਸੋ ਇਸ ਵੇਲੇ ਕੈਮਰਾ ਪਰਸਨ ਤੇਜਵੀਰ ਕਰਨ ਦੇ ਨਾਲ ਮੈਂ ਗੁਰਿੰਦਰ ਸਿੰਘ ਬਾਠ, ਰੋਜ਼ਾਨਾ ਸਪੋਕਸਮੈਨ ਟੀਵੀ ਮਜੀਠਾ।